हे प्राणनाथ गोविंद कृपा निधान जगत गुरु। हे संसार ताप हरन करुणा मैं सब दुख हरो। हे शरण जोग दयालै दीनानाथ मया करो। शरीर स्वस्थ खीन समय सिमरंत नानक राम दमोदर माधव। अगम अगोचर सच साहिब मेरा नानक बोले बुलाया तेरा। सतनाम श्री वाहिगुरु साहिब जी। गुजरी महला पंजवा घर दूजा एक ओंकार सतगुर प्रसाद। राजन मैं तू राजा कहिए भूमण मैं भूमा। ठाकुर मैं ठुकराई तेरी कोमण सिर कोमा। पिता मेरो बड़ो धनी अगम उस्तत कवन करी जय करते पेख रे बिस्मा। पिता मेरो बड़ो धनी अगम उस्तत कवन करी जय करते पेख रे बिस्मा। रहाओ। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत जीओ। गुरबाणी दी पावन कथा लड़ीवार जो आप सरवण करते हो तिसदे तहत गुजरी राग दे विच पंचम पातशाह जी का पावन शब्द जो विचार अधीन है। ये पावन शब्द श्री गुरु ग्रंथ साहिब महाराज जी के पावन अंग 507 अते 508 अंग ते सुभाएमान है। इस पावन शब्द दे विच श्री गुरु अर्जन देव जी महाराज गुरमुख दी परमात्मा नाल अभेदता दी जो अवस्था है उसका जिक्र किया है। जदों कोई भी नाम अभ्यासी वाहिगुरु दे विच अभेद हुंदा है वाहिगुरु दे विच लीन हुंदा है तां उसनूं सारे पासे वाहिगुरु वरतदा होया दिखाई देन लग पैंदा है। गुरबाणी दे विच इस बाबत बहुत सारे प्रमाण आए हैं। जिवें भगत कबीर साहब जी कहते ने मैं हुण रब दे संघासन ते बैठ गया हाँ, रब नाल एक हो गया हाँ। अब तो जाए चढ़े संघासन मिले है सारंग पानी। राम कबीरा एक भय है कोई न सकै पछानी। इसे तरह भगत रविदास जी भी कहते ने जब हम कि हे वाहिगुरु हे निरंकार जब हम होते तब तू नाही अब तू ही मैं नाही। हुण बस तू ही तू है तो ही मोही अंतर कैसा कनक कटक जल तरंग जैसा। तेरे विच ते मेरे विच हुण दस की अंतर रह गया है। हे वाहिगुरु तेरे विच मेरे विच हुण कोई फर्क नहीं रह गया। ते इसे तरह भगत नामदेव जी फरमान करते ने कि सारे पासे सब गोबिंद है सब गोबिंद है गोबिंद बिन नहीं कोई। सूत एक मन सत सहंतर जैसे ओत पोत प्रभ सोई। इस तरह होर भी बहुत सारे शब्द आउंदे हन। ਉਹ ਅਵਸਥਾ ਜਦੋਂ ਕੋਈ ਭਗਤ ਰੱਬ ਦੇ ਵਿੱਚ ਅਭੇਦ ਹੁੰਦਾ ਹੈ ਤਾਂ ਉਹਦੀ ਰਸਨਾ ਤੋਂ ਜੋ ਬੋਲ ਨਿਕਲਦੇ ਨੇ ਪਿਤਾ ਮੇਰੋ ਬੜੋ ਧਨੀ ਅਗੰਮਾ।
ਇੱਕ ਤੇ ਆਪਾਂ ਰਟਿਆ ਰਟਾਇਆ ਸ਼ਬਦ ਕਹਿੰਦੇ ਆ ਰੱਬ ਬਹੁਤ ਵੱਡਾ ਹੈ, ਰੱਬ ਬਹੁਤ ਵੱਡਾ ਹੈ। ਇਹ ਰਟਿਆ ਹੋਇਆ ਸ਼ਬਦ ਆਪਾਂ, ਪਰ ਇੱਕ ਵਾਕਿਆ ਹੀ ਉਸ ਦੀ ਵਡਿਆਈ ਨੂੰ ਅੱਖਾਂ ਨਾਲ ਵੇਖ ਲੈਣਾ। ਜਿਵੇਂ ਆਪਾਂ ਕਿਸੇ ਰਾਜੇ ਮਹਾਰਾਜੇ ਦੀ ਗੱਲ ਕਰੀਏ, ਪਰ ਜਦੋਂ ਉਹਦੇ ਮਹੱਲਾਂ ਨੂੰ ਜਾ ਕੇ ਵੇਖਾਂਗੇ ਤੇ ਫਿਰ ਗੱਲ ਕੁਝ ਹੋਰ ਹੋਵੇਗੀ, ਫਿਰ ਗੱਲ ਕੁਝ ਹੋਰ ਹੋਵੇਗੀ। ਇੱਥੇ ਘਰ ਬੈਠੇ ਆਪਾਂ ਜੋ ਮਰਜ਼ੀ ਉਹਦੇ ਨਾਂ ਨੂੰ ਕਹੀ ਜਾਈਏ ਤੇ ਜੋ ਚੰਗਾ ਬੁਰਾ ਮਰਜ਼ੀ ਕਹੀ ਜਾਈਏ, ਪਰ ਜਦੋਂ ਉੱਥੇ ਜਾ ਕੇ ਮਨੁੱਖ ਵੇਖਦਾ ਫਿਰ ਪਤਾ ਲੱਗਦਾ ਹੈ। ਇਸੇ ਤਰ੍ਹਾਂ ਜਿਵੇਂ ਆਪਾਂ ਇੱਥੇ ਹੁਣ ਆਪਾਂ ਸਮੁੰਦਰ ਨੂੰ ਕਹੀ ਜਾਈਏ, ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਉਹ ਗੱਲ ਨਹੀਂ ਬਣੇਗੀ ਜਦੋਂ ਸਮੁੰਦਰ ਨੂੰ ਵੇਖ ਕੇ ਆਖਾਂਗੇ ਵਾਹ ਵੀ ਵਾਹ, ਬਹੁਤ ਇੰਨਾ ਵੱਡਾ ਸਮੁੰਦਰ। ਇੱਕ ਤਾਂ ਹੁਣ ਆਪਾਂ ਇੱਥੇ ਆਪਣੇ ਘਰ ਬੈਠੇ ਕਹਿ ਰਹੇ ਹਾਂ, ਪਰ ਇੱਕ ਜਦੋਂ ਸਮੁੰਦਰ ਨੂੰ ਵੇਖਾਂਗੇ ਜਾ ਕੇ, ਤੇ ਸਮੁੰਦਰ ਦੇ ਵਿੱਚ ਜਦੋਂ ਸੈਰ ਕਰਾਂਗੇ ਕਿਸੇ ਜਹਾਜ਼ ਦੁਆਰਾ, ਕਿਸੇ ਸ਼ਿਪ ਦੁਆਰਾ, ਤੇ ਫਿਰ ਪਤਾ ਲੱਗੇਗਾ ਸਮੁੰਦਰ ਕਿੰਨਾ ਵੱਡਾ ਹੈ, ਕਿਵੇਂ ਉਸ ਤਰ੍ਹਾਂ ਦਾ ਉਹਦਾ ਪਾਣੀ ਹੈ, ਉਹਦੇ ਵਿੱਚ ਕਿਸ ਤਰ੍ਹਾਂ ਵੱਡੀਆਂ ਵੱਡੀਆਂ ਮੱਛੀਆਂ ਨੇ। ਇੱਥੇ ਕਹਿਣ ਦਾ ਇੰਨਾ ਸਵਾਦ ਨਹੀਂ ਹੈ, ਜਦੋਂ ਉੱਥੇ ਜਾ ਕੇ ਵੇਖਦਾ ਮਨੁੱਖ ਫਿਰ ਕਹਿੰਦਾ ਜਿਵੇਂ ਪਹਾੜ ਨੇ, ਜਾਂ ਜੰਮੂ ਕਸ਼ਮੀਰ ਦਾ ਇਲਾਕਾ ਹੈ, ਜਾਂ ਹੋਰ ਵੀ ਜਿਹੜੇ ਕੁਦਰਤ ਵੱਲੋਂ ਖਾਸ ਤੌਰ 'ਤੇ ਜਿਹੜੇ ਇਲਾਕੇ ਸਾਜੇ ਗਏ ਨੇ, ਉਹ ਆਪਾਂ ਵੈਸੇ ਕਹਿ ਦਈਏ, ਪਰ ਜਦੋਂ ਉੱਥੇ ਚੀਜ਼ ਨੂੰ ਵੇਖਦੇ ਹਾਂ ਤਾਂ ਕੁਝ ਗੱਲ ਹੋਰ ਹੁੰਦੀ ਹੈ, ਉਹਦਾ ਰਸ ਕੁਝ ਹੋਰ ਹੁੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹਿ ਲਿਆ, ਉਹ ਗੱਲ ਇੰਨੀ ਨਹੀਂ ਬਣਦੀ, ਪਰ ਜਦੋਂ ਕੋਈ ਜਪ ਜਪ ਕੇ ਉਹਦੇ ਤੱਕ ਪਹੁੰਚਦਾ ਹੈ ਫਿਰ ਵਾਕਿਆ ਹੀ ਉਹਦਾ ਵਿਸਤਾਰ ਨਜ਼ਰ ਆਉਂਦਾ ਹੈ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਹੇ ਮੇਰੇ ਮਾਲਕ ਤੂੰ ਬਹੁਤ ਵੱਡਾ ਹੈ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਤੇ ਐਸਾ ਉਹ ਵਾਹਿਗੁਰੂ ਹੈ, ਉਹਦੀ ਉਸਤਤ ਅਸੀਂ ਕੀ ਕਰ ਸਕਦੇ ਹਾਂ। ਵੇਖ ਕੇ ਮਨੁੱਖ ਵਿਸਮਾਦ ਹੋ ਜਾਂਦਾ ਹੈ ਵਾਹਿਗੁਰੂ ਨੂੰ, ਉੱਥੇ ਫਿਰ ਕੁਝ ਅਲਫਾਜ਼ ਕਹਿਣ ਨੂੰ ਰਹਿ ਨਹੀਂ ਜਾਂਦੇ। ਜਿਵੇਂ ਸਮੁੰਦਰ ਦੇ ਕਿਨਾਰੇ ਜਾ ਕੇ ਹੁਣ ਸਮੁੰਦਰ ਕਹਿਣ ਦੀ ਲੋੜ ਨਹੀਂ, ਵੇਖ ਕੇ ਮਨੁੱਖ ਹੈਰਾਨ ਹੋ ਜਾਂਦਾ ਹੈ, ਇੰਨਾ ਵੱਡਾ ਸਮੁੰਦਰ, ਬਾ ਉਹਨੂੰ ਵੇਖੀ ਜਾਂਦਾ। ਹੁਣ ਸਮੁੰਦਰ ਸਮੁੰਦਰ ਨਹੀਂ ਕਹਿ ਰਿਹਾ, ਹੁਣ ਵੇਖ ਕੇ ਹੀ ਹੈਰਾਨ ਹੋਈ ਜਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਕੋਈ ਵਾਹਿਗੁਰੂ ਵਿੱਚ ਅਭੇਦ ਹੁੰਦਾ ਹੈ, ਉੱਥੇ ਫਿਰ ਅੱਖਰ ਨਹੀਂ ਰਹਿ ਜਾਂਦੇ, ਉੱਥੇ ਵੇਖ ਕੇ ਹੀ ਸਮਾਧੀ ਅਵਸਥਾ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ। ਘਰ ਦੂਜਾ। ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਇਸ ਸ਼ਬਦ ਨੂੰ ਦੂਜੇ ਘਰ ਦੇ ਵਿੱਚ ਗਾਉਣ ਦਾ ਹੁਕਮ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੈ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਣ ਮੈਂ ਭੂਮਾ। ਦੁਨੀਆ ਦੇ ਜਿੰਨੇ ਵੀ ਰਾਜੇ ਨੇ, ਵਾ ਦੇਵਤਿਆਂ ਦੇ, ਦਾਨਵਾਂ ਦੇ, ਸਾਰਿਆਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਰਾਜਾ ਹੈ। ਭੂਮਣ ਮੈਂ ਭੂਮਾ, ਤੇ ਭੂਮੀ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਭੂਮੀ ਵਾਲਾ ਹੈ। ਭਾਵ ਸਾਰੀ ਧਰਤੀ ਉਸੇ ਦੀ ਹੀ ਭੂਮੀ ਹੈ। ਠਾਕੁਰ ਮੈਂ ਠਕੁਰਾਈ ਤੇਰੀ, ਕੋਮਣ ਸਿਰ ਕੋਮਾ। ਠਾਕੁਰਾਂ ਦੇ ਵਿੱਚੋਂ ਤੋਂ ਵੱਡਾ ਠਾਕੁਰ ਹੈ। ਸਭ ਬਾਰੇ ਤੇਰੀ ਹੀ ਠਕਰਾਈ ਚੱਲਦੀ, ਤੇਰਾ ਹੀ ਹੁਕਮ ਚੱਲਦਾ ਹੈ। ਸਾਰੇ ਹੀ ਤੇਰਾ ਲੋਹਾ ਮੰਨਦੇ ਨੇ। ਕੋਮਣ ਸਿਰ ਕੌਮਾ, ਤੇਰੀ ਕੌਮ ਸਭ ਨਾਲੋਂ ਉੱਚੀ ਹੈ। ਦੁਨੀਆ ਵਿੱਚ ਕਿੰਨੀਆਂ ਕੌਮਾਂ ਨੇ। ਵਾਹਿਗੁਰੂ ਪਰਮਾਤਮਾ ਦੀ ਕੌਮ ਸਭ ਨਾਲੋਂ ਉੱਚੀ ਹੈ। ਨੋਲ ਜੋ ਵਾਹਿਗੁਰੂ ਨੂੰ ਮੰਨਦੇ ਨੇ, ਰੱਬ ਦੇ ਭਗਤ ਸੰਤ, ਉਹਨਾਂ ਵਰਗਾ ਹੋਰ ਕੋਈ ਨਹੀਂ। ਹਰ ਕੋਈ ਕਹਿੰਦਾ ਨਾ ਮੇਰੀ ਕੌਮ ਚੰਗੀ ਹੈ, ਮੇਰੀ ਕੌਮ ਵੱਡੀ ਹੈ, ਪਰ ਵਾਹਿਗੁਰੂ ਦੀ ਕੌਮ ਕਿਹੜੀ ਹੈ? ਭਗਤੀ ਕਰਨ ਵਾਲੇ, ਰੱਬ ਦੇ ਪਿਆਰੇ। ਉਹ ਭਾਵੇਂ ਹਿੰਦੂ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਯਹੂਦੀ, ਪਾਰਸੀ, ਈਸਾਈ ਨੇ, ਕੋਈ ਵੀ ਹੈ ਜਿਹੜਾ ਰੱਬ ਦੀ ਭਗਤੀ ਕਰਦਾ ਹੈ।
ਉਹ ਸਾਰੇ ਰੱਬ ਦੀ ਕੌਮ ਹਨ ਤੇ ਸਭ ਨਾਲੋਂ ਵੱਡੇ ਨੇ, ਕਿਉਂਕਿ ਭਗਤਾਂ ਦਾ ਕਿਹਾ ਮਹਾਰਾਜ ਕਹਿੰਦੇ ਉਹਨਾਂ ਦਾ ਕਿਹਾ ਤਾਂ ਦਰਗਾਹ ਦੇ ਵਿੱਚ ਚੱਲਦਾ ਹੈ, ਜਾਂ ਕਾ ਕਿਹਾ ਦਰਗਾਹ ਚੱਲੈ। ਦੁਨੀਆ ਦੇ ਲੋਕ ਵੀ ਆ ਤੁਸੀਂ ਵੇਖੋ ਭਗਤਾਂ ਨੂੰ ਪੂਜਦੇ ਨੇ। ਜਿਹਦੀ ਸਭ ਤੋਂ ਵੱਡੀ ਕੌਮ ਹੋਵੇ ਉਹਦਾ ਸਤਿਕਾਰ ਹੁੰਦਾ ਹੈ। ਵਾਹਿਗੁਰੂ ਦੇ ਪਿਆਰੇ ਉਹ ਜਿੱਥੇ ਵੀ ਜਾਣ ਉਹਨਾਂ ਦਾ ਸਤਿਕਾਰ ਹੁੰਦਾ ਹੈ। ਭਗਤੀ ਐਸਾ ਉਹ ਵਾਹਿਗੁਰੂ ਨਿਰੰਕਾਰ ਪਿਤਾ ਮੇਰੋ ਬੜੋ ਧਣੀ ਅਗੰਮਾ। ਜਦੋਂ ਰੱਬ ਦੇ ਨੇੜੇ ਗਏ ਤੇ ਪਤਾ ਲੱਗਾ ਰੱਬ ਤੇ ਪਿਓ ਵਰਗਾ ਹੈ। ਦੁਨੀਆ ਵਿੱਚ ਇੱਕ ਪਿਓ ਐਸੀ ਹਸਤੀ ਹੈ ਗੁਰਮੁਖੋ। ਹੋਰ ਦੁਨੀਆ ਵਿੱਚ ਵੇਖੋ ਤੁਸੀਂ, ਕੋਈ ਬੱਚਾ ਅੱਗੇ ਵਧਣਾ ਚਾਹਵੇ ਲੋਕ ਉਹਦੀਆਂ ਲੱਤਾਂ ਖਿੱਚਦੇ ਨੇ, ਪਰ ਇੱਕ ਪਿਓ ਹੈ ਜਿਹੜਾ ਕਹਿੰਦਾ ਵੀ ਮੇਰੇ ਤੋਂ ਅੱਗੇ ਮੇਰਾ ਪੁੱਤਰ ਲੰਘ ਜਾਵੇ। ਉਹ ਕਹਿੰਦਾ ਮੇਰੇ ਨਾਲੋਂ ਵੀ ਵੱਡਾ ਕੱਦ ਮੇਰੇ ਪੁੱਤਰ ਦਾ ਹੋਵੇ, ਦੁਨੀਆ ਦੇ ਵਿੱਚ ਸ਼ੋਭਾ ਹੋਵੇ। ਹੋਰ ਦੁਨੀਆ ਦੇ ਲੋਕ ਖਿੱਚਦੇ ਨੇ, ਸੜਦੇ ਨੇ, ਉੱਤੋਂ ਭਾਵੇਂ ਕਹੀ ਜਾਣ ਵੀ ਚੰਗਾ ਤੈਨੂੰ ਵਧੀਆ ਪਦਵੀ ਮਿਲ ਗਈ ਹੈ, ਪਰ ਅੰਦਰੋਂ ਕਹਿੰਦੇ ਨੇ ਇਹਨੂੰ ਕਿਉਂ ਪਦਵੀ ਮਿਲ ਗਈ ਹੈ। ਇੱਕ ਪਿਓ ਐਸੀ ਹਸਤੀ ਹੈ ਜਿਹੜਾ ਅੰਦਰੋਂ ਵੀ ਖੁਸ਼ ਹੁੰਦਾ ਹੈ ਕਿ ਮੇਰੇ ਪੁੱਤ ਨੂੰ ਇੰਨੀ ਵੱਡੀ ਪਦਵੀ ਮਿਲੀ ਹੈ, ਰੁਤਬਾ ਮਿਲਿਆ ਹੈ। ਔਰ ਗਰਮੀ ਸਰਦੀ ਵਿੱਚ ਭਾਰੀ ਮਿਹਨਤ ਕਰਕੇ, ਅਨੇਕ ਤਰ੍ਹਾਂ ਕਰਕੇ ਆਪਣੇ ਬੱਚੇ ਨੂੰ ਉਹ ਪਾਲਦਾ ਹੈ। ਰੱਬ ਪਿਤਾ ਵਰਗਾ ਹੈ। ਕੋਈ ਰੱਬ ਦਾ ਪੁੱਤਰ ਬਣੇ ਤਾਂ ਸਹੀ। ਮਹਾਰਾਜ ਦਸਮ ਪਾਤਸ਼ਾਹ ਕਹਿੰਦੇ ਰੱਬ ਵੀ ਦੁਖੀ ਹੁੰਦਾ ਹੈ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ। ਤੁਸੀਂ ਕਦੀ ਵੇਖਿਆ ਹੈ ਆਪਣੇ ਨਾਲ ਇਹ ਹੁੰਦਾ ਹੈ। ਆਪਾਂ ਸਰੀਰ ਬਿਲਕੁਲ ਠੀਕ ਹੈ, ਆਪਣੇ ਬੱਚੇ ਨੂੰ ਕਿਤੇ ਤਾਪ ਚੜਿਆ ਹੋਵੇ, ਕੋਈ ਦੁੱਖ ਆਵੇ ਤੇ ਆਪਣਾ ਰੋਟੀ ਪਾਣੀ ਖਾਣਾ ਵੀ ਹਰਾਮ ਹੋ ਜਾਂਦਾ ਹੈ ਵੀ ਮੇਰਾ ਬੱਚਾ ਠੀਕ ਨਹੀਂ ਹੈ। ਬੱਚੇ ਨੂੰ ਕੋਈ ਤਕਲੀਫ ਆਵੇ ਤੇ ਮਾਂ ਪਿਓ ਨੂੰ ਉਹ ਤਕਲੀਫ ਜ਼ਿਆਦਾ ਹੁੰਦੀ ਹੈ, ਇੰਨੀ ਬੱਚੇ ਨੂੰ ਨਹੀਂ ਹੁੰਦੀ ਜਿੰਨੀ ਮਾਂ ਪਿਓ ਨੂੰ ਹੋ ਜਾਂਦੀ ਹੈ। ਰੱਬ ਵੀ ਇਸੇ ਤਰ੍ਹਾਂ ਹੈ। ਕੋਈ ਰੱਬ ਦਾ ਬਣੇ, ਰੱਬ ਵੀ ਇਸੇ ਤਰ੍ਹਾਂ ਪਿਆਰ ਕਰਦਾ ਹੈ। ਹਰਨਾਕਸ਼ ਨੂੰ ਕਿਉਂ ਮਾਰਿਆ ਹੈ? ਕਿਉਂਕਿ ਰੱਬ ਨੂੰ ਆਪਣਾ ਭਗਤ ਬੜਾ ਪਿਆਰਾ ਹੈ। ਜਿਸ ਸਮੇਂ ਭਗਤ ਨਾਮਦੇਵ ਜੀ ਨੂੰ ਬੰਨ੍ਹ ਲਿਆ, ਕਹਿੰਦੇ ਵੀ ਤੇਰੇ ਕੋਲ ਇੰਨਾ ਸਮਾਂ ਹੈ, 7 ਘੜੀਆਂ ਦਾ ਟਾਈਮ ਦੇਤਾ, ਜੇ ਨਾ ਤੂੰ ਗਾਂ ਮਰੀ ਹੋਈ ਗਊ ਜੀਵਦੀ ਕੀਤੀ ਤੈਨੂੰ ਮਾਰ ਦੇਵਾਂਗੇ। ਉਹ ਕਹਿੰਦਾ ਵੀ ਮੇਰਾ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ, ਸਭ ਕੁਝ ਕਰਨ ਵਾਲਾ ਤਾਂ ਰੱਬ ਹੈ, ਮੈਂ ਕੀ ਕਰ ਸਕਦਾ। ਕਹਿੰਦੇ ਨਹੀਂ, ਸੁਣਿਆ ਤੂੰ ਬੜੀਆਂ ਕਰਾਮਾਤਾਂ ਵਿਖਾਈਆਂ ਨੇ। ਭਗਤਾਂ ਕੋਲੋਂ ਸਭ ਕੁਝ ਸਹਿ ਸੁਭਾਅ ਹੋ ਜਾਂਦਾ, ਉਹ ਕੁਝ ਕਰਦੇ ਨਹੀਂ। ਪਰ ਜਿੱਤੇ ਲੋਕ ਜ਼ੋਰ ਦੇ ਕੇ ਕਹਿਣ ਤੁਸੀਂ ਕਰੋ, ਕਹਿੰਦੇ ਸਾਡਾ ਵੱਸ ਦੀ ਕੋਈ ਗੱਲ ਨਹੀਂ, ਇਹ ਤਾਂ ਪ੍ਰਮਾਤਮਾ ਕਰਦਾ। ਕਹਿੰਦੇ ਚੰਗਾ। ਫਿਰ ਜਦੋਂ ਵੇਖਿਆ 7 ਘੜੀਆਂ ਦਾ ਸਮਾਂ ਬਤੀਤ ਹੋ ਗਿਆ, ਲੋਕ ਵੇਖ ਰਹੇ ਨੇ ਹੁਣ ਭਗਤ ਨਾਮਦੇਵ ਜੀ ਨੂੰ ਮਾਰ ਦਿੱਤਾ ਜਾਵੇਗਾ। ਇੱਥੋਂ ਤੱਕ ਭਗਤ ਨਾਮਦੇਵ ਜੀ ਦੀ ਮਾਤਾ ਆਈ, ਉਹ ਕਹਿਣ ਲੱਗੀ ਕਿ ਤੂੰ ਇੱਦਾਂ ਕਰ ਭਗਤ ਨਾਮਦੇਵ ਪੁੱਤਰ, ਤੂੰ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਜਪਣ ਲੱਗ ਜਾ। ਕਿਉਂਕਿ ਬਾਦਸ਼ਾਹ ਨੇ ਸ਼ਰਤ ਰੱਖੀ ਸੀ, ਤੂੰ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਜਪ ਜਪ। ਭਾਵੇਂ ਰੱਬ ਦੇ ਹੀ ਦੋਵੇਂ ਨਾਮ ਨੇ, ਰਾਮ ਖੁਦਾ ਵਾਹਿਗੁਰੂ, ਕੋਈ ਫਰਕ ਨਹੀਂ ਹੈ, ਪਰ ਸਾਨੂੰ ਆਪਣੇ ਧਰਮ ਦੇ ਅਨੁਸਾਰ ਹੀ ਨਾਮ ਜਪਣਾ ਚਾਹੀਦਾ ਹੈ। ਤਾਂ ਉਸ ਸਮੇਂ ਭਗਤ ਨਾਮਦੇਵ ਜੀ ਕਹਿੰਦੇ ਨਾ ਹੋ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ। ਜੇ ਤੂੰ ਇਹ ਗੱਲ ਕਹਿਨੀ ਫਿਰ ਤੂੰ ਮੇਰੀ ਮਾਂ ਹੀ ਨਹੀਂ ਹੈ। ਜੇ ਤੂੰ ਮੈਨੂੰ ਕਹਿਨੀ ਵੀ ਆਪਣਾ ਧਰਮ ਛੱਡ ਦੇ ਤੇ ਖੁਦਾ ਖੁਦਾ ਜਪਣ ਲੱਗ ਜਾ। ਕਹਿੰਦੇ ਹਨ ਫਿਰ ਰੱਬ ਪ੍ਰਗਟ ਹੋ ਗਿਆ, ਪਾਕੰਤਨ ਬਾਜ ਵਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਤੇ ਰੱਬ ਆ ਕੇ ਕੀ ਕਹਿੰਦਾ ਹੈ? ਕਹਿੰਦੇ ਨਾਮਦੇਵ ਕਹੇ ਤਾਂ ਧਰਨ ਅਕੌਡੀ ਕਰੋ। ਐ ਪੁੱਤਰ ਦੱਸ ਭਗਤ ਨਾਮਦੇਵ ਤੇ ਕਹੇ ਧਰਤੀ ਪੁੱਠੀ ਕਰ ਦਈਏ। ਜੇ ਬਾਦਸ਼ਾਹ ਨੇ ਤੈਨੂੰ ਸਜ਼ਾ ਦਿੱਤਾ, ਪਕੜਿਆ ਹੈ ਸਜ਼ਾ ਦੇਣ ਵਾਸਤੇ, ਮਾਰਨ ਵਾਸਤੇ, ਦੱਸ। ਕਹੇ ਤਾਂ ਧਰਨ ਅਕੌਡੀ ਕਰੋ, ਕਹੇ ਤਾਂ ਲੈ ਕਰ ਧਰ ਉੱਪਰ ਧਰੋ। ਇਸ ਤਰ੍ਹਾਂ ਦੇ ਬਚਨ ਹੋਏ। ਪਰ ਭਗਤ ਨਾਮਦੇਵ ਜੀ ਕਹਿੰਦੇ ਨਹੀਂ ਮਹਾਰਾਜ, ਸਾਰੀ ਦੁਨੀਆ ਨੂੰ ਆਪਾਂ ਨਹੀਂ ਮਾਰਨਾ, ਇਹ ਦੁਸ਼ਟ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਬਾਣੀ ਦੇ ਵਿੱਚ ਲੰਮਾ ਸ਼ਬਦ ਆ, ਉੱਥੇ ਸਾਰੀ ਗੱਲਬਾਤ ਉਹ ਵਾਰਤਾ ਆਈ ਹੈ।
ਵਾਹਿਗੁਰੂ ਪਰਮਾਤਮਾ ਪਿਤਾ ਦੀ ਤਰ੍ਹਾਂ ਹੈ। ਉਹਦੇ ਬੱਚੇ ਨੂੰ ਕੋਈ ਉਹਦੇ ਭਗਤ ਨੂੰ ਦੁੱਖ ਦੇਵੇ ਫਿਰ ਉਹ ਵੀਰ ਰਸ ਦੇ ਵਿੱਚ ਆ ਜਾਂਦਾ ਹੈ। ਤੁਸੀਂ ਕਿਸੇ ਦੇ ਬੱਚੇ ਨੂੰ ਪਿਆਰ ਕਰੋ, ਮਾਂ ਪਿਓ ਖੁਸ਼ ਹੋ ਜਾਂਦੇ ਨੇ। ਕਿਸੇ ਦੇ ਬੱਚੇ ਨੂੰ ਝਿੜਕੋ, ਮਾਂ ਪਿਓ ਨੂੰ ਗੁੱਸਾ ਆ ਜਾਂਦਾ ਵੀ ਸਾਡੇ ਬੱਚੇ ਨੂੰ ਝਿੜਕਿਆ ਹੈ, ਤੇ ਪੁੱਛੇ ਵੀ ਇਹ ਕੀ ਗੱਲ, ਉਹ ਕਹਿੰਦੇ ਸਾਡਾ ਬੱਚਾ ਹੈ। ਤੇ ਜੇ ਤੁਸੀਂ ਰੱਬ ਦੇ ਪਿਆਰੇ ਨੂੰ ਕੋਈ ਮਾੜਾ ਆਖੇਗਾ ਤੇ ਰੱਬ ਵੀ ਵੀਰ ਰਸ ਦੇ ਵਿੱਚ ਆ ਜਾਂਦਾ ਹੈ। ਉਹ ਪਿਤਾ ਦੀ ਤਰ੍ਹਾਂ ਹੈ। ਪਿਤਾ ਮੇਰੋ ਬੜੋ ਧਨੀ ਅਗੰਮਾ, ਮੇਰਾ ਪਿਤਾ ਵਾਹਿਗੁਰੂ ਬਹੁਤ ਵੱਡਾ ਹੈ, ਬੜਾ ਧਨੀ ਹੈ। ਅਗੰਮਾ ਉਹਦੀ ਮਹਿਮਾ ਪਰੇ ਤੋਂ ਪਰੇ ਹੈ। ਉਸਤਤ ਕੰਮ ਨ ਕਰੀਜੈ ਕਰਤੇ, ਕਰਤੇ ਵਾਹਿਗੁਰੂ ਦੀ ਉਸਤਤ ਕੀ ਕਰੀਏ। ਬੇਅੰਤ ਹੈ ਸਮੁੰਦਰ ਦੀ ਕੀ ਮਹਿਮਾ ਕਰਾਂਗੇ। ਵੇਖ ਰਹੇ ਵਿਸਮਾ, ਉਹਨੂੰ ਵੇਖ ਲਿਆ ਨਾ ਜਦੋਂ, ਬਸ ਫਿਰ ਤਾਂ ਵਿਸਮਾਦੀ ਅਵਸਥਾ ਬਣ ਜਾਂਦੀ ਹੈ। ਆਪਾਂ ਨੂੰ ਕੋਈ ਪੁੱਛੇ, ਆਪਾਂ ਜਾ ਰਹੇ ਹੋਈਏ ਸਮੁੰਦਰ ਵੇਖਣ, ਪਹਾੜ ਵੇਖਣ, ਆਪਾਂ ਨੂੰ ਕੋਈ ਪੁੱਛੇ ਤੇ ਆਪਾਂ ਕਹਾਂਗੇ ਜੀ ਅਸੀਂ ਚੱਲੇ ਹਾਂ ਪਹਾੜ ਵੇਖਣ, ਸਮੁੰਦਰ ਵੇਖਣ ਚੱਲੇ ਹਾਂ। ਜਾਂ ਕੋਈ ਆਪਾਂ ਨੂੰ ਪੁੱਛੇ ਤਾਂ ਆਪਾਂ ਕਹਾਂਗੇ ਅਸੀਂ ਦਰਬਾਰ ਸਾਹਿਬ ਚੱਲੇ ਹਾਂ ਯਾਤਰਾ ਕਰਨ ਵਾਸਤੇ। ਪਰ ਜਦੋਂ ਪਹੁੰਚ ਗਏ ਫਿਰ ਇਹ ਗੱਲ ਕਹਿਣ ਦੀ ਲੋੜ ਨਹੀਂ ਰਹਿੰਦੀ। ਫਿਰ ਤੇ ਬੰਦਾ ਉੱਥੇ ਦਰਸ਼ਨ ਕਰਕੇ ਆਨੰਦ ਲੈਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੂੰ ਜਦੋਂ ਵੇਖ ਲਿਆ ਫਿਰ ਉੱਥੇ ਵਿਸਮਾਦੀ ਅਵਸਥਾ ਬਣ ਜਾਂਦੀ। ਰਹਾਓ ਵਿਸ਼ਰਾਮ ਦੇ ਕੇ ਆਖਰੇ ਨੇ ਸੁਖੀਨ ਮੈਂ ਸੁਖੀਆ ਤੂੰ ਕਹੀਐ ਦਾਤਨ ਸਿਰ ਦਾਤਾ। ਵਾਹਿਗੁਰੂ ਤੂੰ ਆਪਣੇ ਬੰਦਿਆਂ ਦੇ ਵਿੱਚ ਹੀ ਵਰਤਦਾ ਹੈ। ਜਿੰਨੇ ਦੁਨੀਆ ਵਿੱਚ ਸੁੱਖ ਲੈਣ ਵਾਲੇ ਸੁਖੀ ਲੋਕ ਨੇ ਉਹਨਾਂ ਸਭ ਵਿੱਚ ਤੂੰ ਆਪ ਹੀ ਵਰਤਨਿਆ। ਸਭ ਨਾਲੋਂ ਜ਼ਿਆਦਾ ਸੁਖੀ ਤੂੰ ਹੈ। ਸੁਖੀ ਬੰਦਿਆਂ ਨੂੰ ਇਕੱਠਾ ਕਰ ਲਿਆ ਜਾਵੇ ਤੇ ਸ਼੍ਰੋਮਣੀ ਸੁਖੀ ਜਿਹੜਾ ਹੈ ਕਹਿੰਦੇ ਵਾਹਿਗੁਰੂ ਤੂੰ ਆਪ ਹੀ ਹੈ। ਦਾਤਨ ਸਿਰ ਦਾਤਾ, ਤੇ ਦਾਤਾਂ ਦੇਣ ਵਾਲੇ ਦਾਨ ਕਰਨ ਵਾਲੇ ਬੜੇ ਬੜੇ ਲੋਕ ਪਏ ਨੇ। ਵਾਹਿਗੁਰੂ ਤੂੰ ਸਭ ਤੋਂ ਵੱਡਾ ਦਾਤਾ ਹੈ, ਤੇਰੇ ਵਰਗਾ ਹੋਰ ਕੋਈ ਦਾਤਾ ਨਹੀਂ ਹੈ। ਤੇਜਨ ਮੈਂ ਤੇਜਵੰਸੀ ਕਹੀਐ ਰਸੀਨ ਮੈਂ ਰਾਤਾ। ਤੇਜ ਪ੍ਰਤਾਪ ਬੜਾ ਬਲ ਹੈ, ਕਹਿੰਦੇ ਇਹਦਾ ਬੜਾ ਤੇਜ ਹੈ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਨਿਰੰਕਾਰ ਸਭ ਨਾਲੋਂ ਜ਼ਿਆਦਾ ਤੇਜਵੰਸੀ ਤੂੰ ਹੈ। ਭਾਵੇਂ ਸੂਰਜ ਦਾ ਆਪਣਾ ਤੇਜ ਹੈ, ਚੰਦਰਮਾ ਦਾ ਆਪਣੀ ਆਭਾ ਹੈ, ਸਾਰਿਆਂ ਦਾ ਆਪੋ ਆਪਣਾ ਹੈ। ਪਰ ਦਸਮ ਪਾਤਸ਼ਾਹ ਵੀ ਕਹਿੰਦੇ ਨਵੋਂ ਸੂਰਜ ਸੂਰਜੇ, ਤੂੰ ਸੂਰਜਾਂ ਦਾ ਵੀ ਸੂਰਜ ਹੈ। ਨਵੋਂ ਚੰਦਰ ਚੰਦਰੇ, ਤੂੰ ਚੰਦਰਮਾ ਦਾ ਵੀ, ਸਾਰੇ ਚੰਦਰਮਾ ਤੋਂ ਵੀ ਉੱਪਰ ਚੰਦਰਮਾ ਹੈ। ਸਾਰਿਆਂ ਨੂੰ ਰੋਸ਼ਨੀ ਦੇਣ ਵਾਲਾ ਤੇਜ ਪ੍ਰਤਾਪ ਵਾਲਾ ਤੂੰ ਹੈ। ਰਸੀਨ ਮੈਂ ਰਾਤਾ, ਤੇ ਜਿਹੜੇ ਰਸ ਲੈਣ ਵਾਲੇ ਨੇ ਭਾਵ ਭਗਤ ਦੀ ਇਹ ਅਵਸਥਾ ਬਣ ਜਾਂਦੀ ਹੈ। ਉਹ ਸੰਸਾਰ ਦੇ ਕਿਸੇ ਵੀ ਬੰਦੇ ਦੀ ਨਿੰਦਿਆ ਨਹੀਂ ਕਰਦਾ। ਆਪਾਂ ਵੇਖਾਂਗੇ ਨਾ ਕਿਸੇ ਨੂੰ ਸੁੱਖ ਭੋਗਦੇ, ਆਪਾਂ ਕਹਾਂਗੇ ਲੈ ਇਹ ਤੇ ਸੁੱਖ ਹੀ ਭੋਗਦਾ ਹੈ, ਇਹ ਕੋਈ ਕੰਮ ਨਹੀਂ ਕਰਦਾ, ਇਹ ਕੋਈ ਬੰਦਗੀ ਨਹੀਂ ਕਰਦਾ। ਤੇ ਜੇ ਕੋਈ ਕਰਦਾ ਫਿਰ ਆਪਾਂ ਕਹਾਂਗੇ ਲੈ ਇਹ ਤੇ ਰੋਜ਼ ਗੁਰਦੁਆਰੇ ਜਾ ਕੇ ਬੈਠਾ ਰਹਿੰਦਾ ਹੈ। ਲੋਕ ਕਿਸੇ ਪਾਸੇ ਨਹੀਂ ਨਾ ਖੁਸ਼ ਹੁੰਦੇ। ਕਹਿੰਦੇ ਨੇ ਸਿਆਣੇ ਵੀ ਦਾਤਰੀ ਦੇ ਨਾ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਸੰਸਾਰ ਦੇ ਦੋਵੇਂ ਪਾਸੇ ਹੁੰਦੇ ਨੇ। ਇਹ ਦੋਵੇਂ ਪਾਸਿਆਂ ਤੋਂ ਵੱਢਦੇ ਨੇ। ਕਿਸੇ ਨਾ ਚੰਗੇ ਪਾਸੇ ਖੁਸ਼ ਤੇ ਨਾ ਮਾੜੇ ਪਾਸੇ ਖੁਸ਼, ਕਿਸੇ ਪਾਸੇ ਨਹੀਂ ਭਲੇ, ਨਾ ਭਲੇ ਪਾਸੇ ਨਾ ਬੁਰੇ ਪਾਸੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਸ ਲੈਣ ਵਾਲਿਆਂ ਵਿੱਚ ਵੀ ਤੂੰ ਹੈ। ਗੁਰਮੁਖ ਦੀ ਅਵਸਥਾ ਬਣ ਜਾਂਦੀ, ਉਹ ਸਾਰੇ ਪਾਸੇ ਰੱਬ ਨੂੰ ਵੇਖਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ। ਤੁਸੀਂ ਵੀ ਕਥਾ ਕੀਰਤਨ ਸੁਣਦੇ ਹੋ, ਆਪਾਂ ਵੇਖਦੇ ਹਾਂ ਬਹੁਤਾ ਕਥਾ ਕੀਰਤਨ ਵਿੱਚ ਹੁਣ ਨਿੰਦਿਆ ਹੀ ਚੱਲਦੀ। ਕਥਾ ਦੇ ਵਿੱਚ ਖਾਸ ਕਰਕੇ ਉਹ ਮਾੜਾ ਜੀ, ਉਹ ਮਾੜਾ, ਬਾਣੀ ਦੀ ਤੇ ਗੱਲ ਹੁੰਦੀ ਨਹੀਂ ਹੈ। ਹਾਂ ਸ਼ਬਦ ਕੋਈ ਚੱਲ ਰਿਹਾ, ਉਹਦੇ ਮੁਤਾਬਕ ਕੋਈ ਬਚਨ ਹੋ ਰਿਹਾ ਤੇ ਕੋਈ ਇਤਰਾਜ਼ ਨਹੀਂ। ਪਰ ਸ਼ਬਦ ਕੁਝ ਹੋਰ ਕਹਿੰਦਾ, ਕਦੇ ਕਿਸੇ ਦੀਆਂ ਲੱਤਾਂ ਫੜ ਲਈਆਂ, ਕਦੇ ਕਿਸੇ ਨੂੰ ਘੜੀਸ ਲਿਆ ਵਿੱਚ ਬਸ। ਜਾਂ ਅੱਜ ਕੱਲ੍ਹ ਜਿਹਦਾ ਵੀ ਮੁੱਦਾ ਵੇਖਿਆ ਨਾ ਟੀ ਵੀ 'ਤੇ ਚੱਲਦੀ ਵੀ ਜਿਹਦੀ ਖਬਰ, ਕਈ ਵੇਖੇ ਨੂੰ ਬਸ ਉਸੇ ਚੀਜ਼ ਨੂੰ ਆ ਕੇ ਆਪਣੀ ਕਥਾ ਵਿੱਚ ਬਿਆਨ ਕਰ ਦਿੰਦੇ ਨੇ। ਜਦ ਕਿ ਸਾਨੂੰ ਗੁਰਬਾਣੀ ਦੀ ਹੀ ਨਿਰੋਲ ਕਥਾ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਸਾਰਿਆਂ ਵਿੱਚ ਆਪ ਹੀ ਵਰਤ ਰਿਹਾ ਹੈ। ਰਸੀਆਂ ਦੇ ਵਿੱਚ ਰਸ ਲੈਣ ਵਾਲਾ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਜੋਗੀ ਬਣ ਕੇ ਬੈਠਾ ਬਿਲਕੁਲ ਸਾਰੇ ਵਿਸ਼ਿਆਂ ਤੋਂ ਉਪਰਾਮ, ਭੋਗੀ ਹੋ ਕੇ ਭੋਗ ਰਿਹਾ ਹੈ। ਭਾਵ ਸਾਰਿਆਂ ਵਿੱਚ ਤੂੰ ਆਪ ਹੈ। ਭਗਤ ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਨੂੰ ਮਾੜਾ ਨਹੀਂ ਆਖਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ
ਸੂਰਨ ਮੈਂ ਸੂਰਾ ਤੂੰ ਕਹੀਐ, ਭੋਗਣ ਮੈਂ ਭੋਗੀ। ਸੂਰਮਿਆਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਸੂਰਮਾ ਹੈ। ਲਾਲਾ ਦੌਲਤ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਿਮਾ ਲਿਖੀ ਹੈ, ਤੇ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੀ ਹਸਤੀ ਨੇ ਜਿਨ੍ਹਾਂ ਵਰਗਾ ਹੋਰ ਸੰਸਾਰ ਵਿੱਚ ਇਹ ਹੈ। ਤਾਂ ਜਿਹੜੇ ਸੀ ਹਿੰਦੂ ਕੱਟੜ ਸੀ ਇਹ, ਪਰ ਜਦੋਂ ਇਹਨੇ ਮਹਾਰਾਜ ਦਾ ਜੀਵਨ ਪੜ੍ਹਿਆ ਨਾ, ਹੈਰਾਨ ਹੋ ਗਿਆ ਸਾਰੇ ਪੱਖ ਪੜ੍ਹ ਕੇ। ਵੀ ਜਦੋਂ ਉਹ ਕਵੀ ਬਾਣੀ ਲਿਖਦੇ ਨੇ ਤੇ ਉਹਨਾਂ ਦੀ ਬਾਣੀ ਜਿਹੜੇ ਉਹ ਛੰਦ ਵਰਤਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਹੈਰਾਨ ਹੋ ਜਾਂਦਾ ਹੈ। ਜਦੋਂ ਮਹਾਰਾਜ ਜੰਗ ਦੇ ਮੈਦਾਨ ਵਿੱਚ ਜਾ ਕੇ ਤੀਰ ਚਲਾਉਂਦੇ ਨੇ, ਇਤਿਹਾਸ ਵਿੱਚ ਪੜ੍ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਲਾਇਆ ਹੋਇਆ ਤੀਰ 13 ਕਿਲੋਮੀਟਰ ਤੱਕ ਮਾਰ ਕਰਦਾ ਹੈ। ਜਦੋਂ ਸੈਦ ਖਾਂ ਜਿਹੜਾ ਪਕੜਨ ਵਾਸਤੇ ਆਇਆ ਸੀ, ਪਲੰਘੇ 'ਤੇ ਬੈਠਾ, 13 ਕਿਲੋਮੀਟਰ ਦੂਰ ਉਹ ਪਿੰਡ ਅੱਜ ਵੀ ਹੈਗਾ ਹੈ। ਇਤਿਹਾਸ ਵਿੱਚ ਸਾਰਾ ਉਹਦਾ ਜ਼ਿਕਰ ਦਿੱਤਾ ਹੋਇਆ ਹੈ। ਤੇ ਉਹ ਗੱਲਬਾਤ ਚੱਲ ਰਹੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਨੇ, ਤੇ ਉਹ ਮਹਾਰਾਜ ਨੇ ਇੱਕ ਤੀਰ ਛੱਡਿਆ, ਉਹਦੇ ਪਲੰਘੇ ਦੇ ਵਿੱਚ ਆ ਕੇ ਲੱਗਾ। ਤੇ ਉਹ ਪੁੱਛਦੇ ਨੇ ਆਸੇ ਪਾਸੇ, ਕਹਿੰਦੇ ਨਹੀਂ ਇੱਥੋਂ ਮਹਾਰਾਜ ਨੇ ਆਸੇ ਪਾਸੇ ਪਤਾ ਕੀਤਾ ਵੀ ਗੁਰੂ ਗੋਬਿੰਦ ਸਿੰਘ ਕਿਤੇ ਨੇੜੇ ਤੇੜੇ ਉਹਨਾਂ ਦਾ ਤੀਰ ਪਛਾਣ ਲਿਆ, ਕਿਉਂਕਿ ਜਿਹੜੇ ਵਿੱਚ ਫੌਜ ਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਹਥਿਆਰ ਕਿੱਥੋਂ ਦਾ, ਕਿਹੜੀ ਕੰਪਨੀ ਦਾ ਬਣਿਆ ਹੋਇਆ, ਕਿਹੜੇ ਦੇਸ਼ ਦਾ ਹੈ। ਤਾਂ ਉਹ ਕਹਿੰਦੇ ਦੇਖੋ ਨੇੜੇ ਤੇੜੇ, ਕਹਿੰਦੇ ਵੀ ਇੱਥੇ ਨੇੜੇ ਤੇੜੇ ਗੁਰੂ ਗੋਬਿੰਦ ਸਿੰਘ 2, 4, 5, 7 ਕਿਲੋਮੀਟਰ ਦੀ ਦੂਰੀ ਵਿੱਚ ਕਿਤੇ ਵੀ ਨਹੀਂ ਹਨ। ਦੂਜਾ ਤੀਰ ਮਹਾਰਾਜ ਨੇ ਫੇਰ ਛੱਡਿਆ। ਮਹਾਰਾਜ ਕਹਿੰਦੇ ਅਸੀਂ ਆਪਣੇ ਆਨੰਦਪੁਰ ਸਾਹਿਬ ਤੋਂ ਹੀ ਛੱਡ ਰਹੇ ਹਾਂ ਇਹ ਤੀਰ, ਇਹ ਕੋਈ ਕਰਾਮਾਤ ਨਹੀਂ ਹੈ। ਉਹ ਕਹਿੰਦੇ ਕਰਾਮਾਤ ਨਾਲ ਤੀਰ ਮਾਰਿਆ। ਮਹਾਰਾਜ ਕਹਿੰਦੇ ਕਰਾਮਾਤ ਨਹੀਂ, ਇਹ ਤੀਰ ਦੇ ਅਸੀਂ ਅਭਿਆਸ ਹੀ ਇੰਨਾ ਕੀਤਾ। ਐਸੇ ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਨੀਆਂ ਦੇ ਵਿੱਚੋਂ ਵੇਖੋ, ਪੁੱਤਰਾਂ ਦੇ ਦਾਨੀ, ਸਰਵੰਸ ਦਾਨੀ ਹਨ। ਹੋਰ ਮਹਾਰਾਜ ਜੀ ਦੇ ਬੜੇ ਪੱਖ ਹਨ ਜੀਵਨ ਦੇ। ਐਸਾ ਉਹ ਵਾਹਿਗੁਰੂ ਨਿਰੰਕਾਰ, ਉਹਦੇ ਵਰਗਾ ਕੋਈ ਸੂਰਮਾ ਨਹੀਂ ਹੈ। ਭੋਗਣ ਮੈਂ ਭੋਗੀ, ਤੇ ਭੋਗੀਆਂ ਦੇ ਵਿੱਚ ਸਾਰਿਆਂ ਵਿੱਚੋਂ ਵਰਤਦਾ ਹੋਇਆ ਪਦਾਰਥਾਂ ਨੂੰ ਭੋਗ ਵੀ ਰਿਹਾ ਹੈ। ਗ੍ਰਸਤਨ ਮੈਂ ਤੂੰ ਵਡੋ ਗ੍ਰਸਤੀ, ਜੋਗਣ ਮੈਂ ਜੋਗੀ। ਗ੍ਰਸਤੀਆਂ ਦੇ ਵਿੱਚੋਂ ਸਭ ਤੋਂ ਵੱਡਾ ਗ੍ਰਸਤੀ ਹੈ। ਗ੍ਰਸਤੀ ਭਾਵ ਜਿਹਦਾ, ਵੈਸੇ ਗ੍ਰਸਤੀ ਆਪਾਂ ਕਹਿੰਦੇ ਜਿਹਦਾ ਪਰਿਵਾਰ ਹੋਵੇ, ਪਰ ਵੈਸੇ ਜਿਹੜਾ ਗ੍ਰਸਤ ਸ਼ਬਦ ਇਹਦਾ ਪਤਾ ਕੀ ਅਰਥ ਹੈ? ਇਹਨੂੰ ਲੋਕਾਂ ਨੇ ਇਹਦਾ ਅਰਥ ਗਲਤ ਬਣਾ ਛੱਡਿਆ ਹੈ। ਗ੍ਰਹਿ ਨਾਮ ਹੈ ਘਰ ਦਾ, ਸਤ ਨਾਮ ਹੈ ਰੱਬ ਦਾ। ਗ੍ਰਹਿ ਵਿੱਚ ਰਹਿ ਕੇ ਸਤ ਨਾਲ ਜੁੜਨ ਵਾਲੇ ਨੂੰ ਆਖਦੇ ਨੇ ਗ੍ਰਸਤੀ। ਗ੍ਰਸਤੀ ਜੋ ਗ੍ਰਹਿ ਵਿੱਚ ਰਹਿੰਦਿਆਂ, ਘਰ ਵਿੱਚ ਰਹਿੰਦਿਆਂ ਹੋਇਆਂ ਸਤ ਨਾਲ ਜੁੜਿਆ, ਉਹ ਹੈ ਗ੍ਰਸਤੀ। ਆਪਾਂ ਕਿਹਨੂੰ ਕਹਿੰਦੇ ਨੇ? ਜਿਹੜਾ ਕਾਰੋਬਾਰ ਵਿੱਚ ਫਸਿਆ, ਪਰਿਵਾਰ ਪਾਲਦਾ, ਗੁਰਦੁਆਰੇ ਨਹੀਂ ਆਉਂਦਾ, ਬਾਣੀ ਨਹੀਂ, ਪਾਪਾ ਕਹਿੰਦੇ ਤੇ ਗ੍ਰਸਤੀ ਹੈ। ਇਹ ਤਾਂ ਗ੍ਰਸਤੀ ਵਿੱਚ ਫਸਿਆ ਹੋਇਆ ਹੈ। ਅਸਲ ਵਿੱਚ ਇਹਦੇ ਸ਼ਬਦ ਇਹ ਅਰਥ ਨੇ ਗ੍ਰਹਿ ਵਿੱਚ ਰਹਿ ਕੇ ਸਤ ਨਾਲ ਜੁੜਨ ਵਾਲਾ। ਉਦਾਸੀ ਜਿਹੜਾ ਉਦਾਸ ਹੋ ਕੇ ਉਦ ਨਾਮ ਜੰਗਲ ਦਾ ਹੈ, ਉਦਿਆਨ ਵਿੱਚ ਚਲਾ ਗਿਆ। ਇਸੇ ਤਰ੍ਹਾਂ ਸੰਨਿਆਸੀ। ਸਾਰੇ ਸ਼ਬਦਾਂ ਦੇ ਆਪੋ ਆਪਣੇ ਬੜੇ ਗਹਿਰੇ ਅਰਥ ਨੇ, ਪਰ ਆਪਾਂ ਨੇ ਜਿੰਨੀ ਕੁ ਸਮਝ ਆਪਾਂ ਉਸ ਹਿਸਾਬ ਨਾਲ ਸਮਝ ਲੈਂਦੇ ਹਾਂ। ਜਿਵੇਂ ਆਪਾਂ ਗੁਰਬਾਣੀ ਨੂੰ ਇੱਥੋਂ ਤੱਕ ਸਮਝ ਲਿਆ ਹੈ ਵੀ ਚਲੋ ਕੋਈ ਬੱਚਾ ਜਨਮ ਹੋ ਗਿਆ, ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਬਸ ਸ਼ੁਕਰਾਨਾ ਕਰਤਾ, ਹੋਰ ਤੇ ਕੋਈ ਇੰਨੀ ਆਪਣੀ ਮੱਤ ਜਿੰਨੀ ਕੁ ਆਪਾਂ ਇੱਥੋਂ ਤੱਕ ਗੁਰਬਾਣੀ ਨੂੰ ਸਮਝਿਆ ਹੈ। ਜਦ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਰੱਬ ਨਾਲ ਜੋੜਨ ਵਾਸਤੇ ਬਾਣੀ ਸੀ, ਪਰ ਆਪਾਂ ਇੱਥੋਂ ਤੱਕ ਰੱਖ ਲਿਆ ਵੀ ਬਾਪੂ ਦਾ ਭੋਗ ਪਾਉਣਾ, ਬੱਚੇ ਦਾ ਜਨਮ ਦਿਨ, ਬੱਚੇ ਦਾ ਵਿਆਹ ਹੈ, ਕੋਠੀ ਦਾ ਉਦਘਾਟਨ ਕਰਨਾ ਹੈ, ਬਸ ਇਹਨੂੰ ਅੱਗੇ ਆਪਾਂ ਨੂੰ ਕੋਈ ਸਮਝ ਨਹੀਂ। ਤੋ ਜਿਵੇਂ ਜਿਵੇਂ ਕਿਸੇ ਦੀ ਸਮਝ ਹੈ ਉਸ ਤਰ੍ਹਾਂ ਉਹ ਸਮਝਦਾ ਹੈ, ਪਰ ਅੱਖਰਾਂ ਦੇ ਅਰਥ ਬੜੇ ਗਹਿਰੇ ਹਨ। ਇਸੇ ਸ਼ਬਦ ਦੀ ਬਾਕੀ ਵਿਚਾਰ ਆਪਾਂ ਅਗਲੇ ਸਮੇਂ ਅੰਦਰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਗੁਰਬਾਣੀ ਦੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।